ਸਭ ਤੋਂ ਪਹਿਲਾਂ ਜਿਹੜਾ ਮੇਰਾ ਅਨੁਵਾਦ ਦਾ ਕੰਮ ਸੀਗਾ ਉਹ ਇੱਕ ਤਰ੍ਹਾਂ ਦਾ ਚੈਲੰਜ ਸੀ ਮੇਰੇ ਵਾਸਤੇ। ਸਾਡੇ ਪਰਿਵਾਰ ਦੇ ਵਿੱਚ ਹੀ ਥੋੜਾ ਜਿਹਾ ਇਦਾਂ ਦਾ ਜਨੂਨ ਕੁਛ ਹੈ ਕਿ ਵੀ ਇੰਜੋਏ ਵਰਕ। ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦੋਸਤੋ, ਪ੍ਰੋਗਰਾਮ ਅਨਮਿਊਟ ਵੰਡਰਸ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਲਿਵਿੰਗ ਲੈਜੈਂਡਸ ਦੇ ਨਾਲ। ਅੱਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਅਚਰੂ ਸਿੰਘ। ਵੈਸੇ ਤਾਂ ਨਾਮ ਐਡਾ ਵੱਡਾ ਹੈ, ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ, ਅਸੀਂ ਅਕਸਰ ਕਹਿੰਦੇ ਹਾਂ। ਇਹਨਾਂ ਦੇ ਹਿੱਸੇ ਸ਼੍ਰੋਮਣੀ ਪੁਰਸਕਾਰ ਆਇਆ ਹੈ, ਪਰ ਹਿੱਸੇ ਵੀ ਉਹਨਾਂ ਲੋਕਾਂ ਦੇ ਹੀ ਆਉਂਦਾ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਮੁਸ਼ੱਕਤ ਕਰਕੇ ਖਾਸ ਮੁਕਾਮ ਨੂੰ ਹਾਸਲ ਕੀਤਾ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਕਰੀਬਨ 40 ਦੇ ਨੇੜੇ ਕਲਾਸਿਕਸ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤੇ ਨੇ। ਔਰ ਇਹਨਾਂ ਬਾਰੇ ਬਹੁਤ ਕੁਝ ਤਾਂ ਮੈਂ ਖੈਰ ਨਹੀਂ ਕਹਾਂਗੀ, ਕਿਉਂਕਿ ਤਾਂ ਇੰਟਰਵਿਊ ਗੱਲਬਾਤ ਦੇ ਦੌਰਾਨ ਤੁਸੀਂ ਇਹਨਾਂ ਬਾਰੇ ਹੋਰ ਨਜ਼ਦੀਕ ਤੋਂ ਜਾਣੋਗੇ। ਪ੍ਰੋਫੈਸਰ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਔਰ ਨਮਸਕਾਰ ਮੇਰਾ ਸਾਰੇ ਵਿਊਅਰਸ ਨੂੰ। ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ ਕਿ ਨਾ ਰਾਜਿਆਂ ਸਦਾ ਹੀ ਦੇਸ ਰਹਿੰਦੇ, ਨਾ ਰਹਿੰਦੇ ਸੱਜਣ ਵਲੇਸ ਮੀਆਂ, ਸ਼ਾਹ ਮੁਹੰਮਦਾ ਸਦਾ ਨਾ ਰੂਪ ਰਹਿੰਦੇ, ਨਾ ਰਹਿੰਦੇ ਕਾਲੜੇ ਕੇਸ ਮੀਆਂ। ਅਸੀਂ ਇੱਥੇ ਕੁਝ ਖਾਸ ਕੰਮ ਕਰਨ ਦੇ ਲਈ ਭੇਜੇ ਗਏ ਹਾਂ। ਬਿਲਕੁਲ ਠੀਕ। ਪਰ ਇਹ ਸ਼ੇਅਰ ਕਹਿਣ ਦੇ ਪਿੱਛੇ ਮੇਰਾ ਮਨੋਰਥ ਕੁਝ ਹੋਰ ਸੀ। ਯੂ ਆਰ ਸਟਿਲ ਲੁਕਿੰਗ ਸੋ ਯੰਗ। ਕਿਤਾਬਾਂ ਨਾਲ ਜੁੜੇ ਰਹਿਣਾ, ਨੌਜਵਾਨੀ ਨਾਲ ਜੁੜੇ ਰਹਿਣਾ ਜਾਂ ਪੜ੍ਹਾਈ ਦੇ ਨਾਲ ਜੁੜੇ ਰਹਿਣਾ, ਕੀ ਤੁਹਾਨੂੰ ਸਦਾ ਜਵਾਨ ਰੱਖਦਾ ਹੈ? ਬਿਲਕੁਲ ਜੀ, ਜੋ ਪੜ੍ਹਾਈ ਨਾਲ ਜੁੜੇ ਰਹਿਣਾ ਹੈ, ਔਰ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਐਸਾ ਵਧੀਆ ਅਨੁਭਵ ਹੈ ਜਿਹੜਾ ਸਾਨੂੰ ਆਪਣੇ ਆਪ ਨੂੰ ਜਵਾਨ ਰੱਖਦਾ ਹੈ ਜੀ। ਤੇ ਦੂਸਰਾ, ਫਿਰ ਅਸੀਂ ਯੂਥ ਨਾਲ ਜੁੜੇ ਹੋਈਏ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਲੇਜ਼ੈਂਟ ਅਨੁਭਵ ਹੁੰਦਾ ਗਾ ਕਿ ਅਸੀਂ ਜਾਣੀ ਪੋਜ਼ਿਟਿਵ ਢੰਗ ਨਾਲ ਯੂਥ ਨਾਲ ਜੀ ਜੁੜੇ ਹੋਈਏ। ਐਜ਼ ਏ ਟੀਚਰ ਕਾਲਜ ਦੇ ਵਿੱਚ ਮੈਂ ਪੜ੍ਹਾਇਆ 36 ਸਾਲ ਪਹਿਲਾਂ ਜੀ, ਗਵਰਨਮੈਂਟ ਕਾਲਜ ਮਾਨਸਾ ਦੇ ਵਿੱਚ। ਉਸ ਤੋਂ ਬਾਅਦ 7 ਸਾਲ ਮੈਂ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਮੰਡੀ ਗੋਬਿੰਦਗੜ੍ਹ ਇੱਥੇ ਪੜ੍ਹਾਇਆ ਜੀ। ਤੇ ਮੈਂ ਬਹੁਤ ਕਲੋਜ਼ਲੀ ਜਾਣੀ ਜੁੜਿਆ ਰਿਹਾ ਆਪਣੇ ਵਿਦਿਆਰਥੀਆਂ ਨਾਲ, ਲੜਕਿਆਂ ਨਾਲ, ਲੜਕੀਆਂ ਨਾਲ ਜੀ। ਔਰ ਸਿਰਫ ਪੜ੍ਹਾਈ ਹੀ ਨਹੀਂ ਕਿ ਕਲਾਸਰੂਮ ਐਜੂਕੇਸ਼ਨ, ਉਸ ਤੋਂ ਇਲਾਵਾ ਵੀ ਜਿਹੜੀ ਐਜੂਕੇਸ਼ਨ ਹੈ ਮੈਂ ਉਸ ਵੱਲ ਬਹੁਤ ਧਿਆਨ ਦਿੱਤਾ ਜੀ। ਮੈਂ ਐਨਐਸਐਸ ਦਾ ਇੰਚਾਰਜ ਰਿਹਾ ਕਾਫੀ ਲੰਮਾ ਸਮਾਂ। ਯੂਥ ਐਕਟੀਵਿਟੀ ਜਿਹੜੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਯੂਥ ਫੈਸਟੀਵਲਸ ਆਉਂਦੇ ਹੈਗੇ ਨੇ, ਉਹਨਾਂ 'ਚ ਇਨਵੋਲਵ ਰਿਹਾ। ਔਰ ਇਸ ਤਰ੍ਹਾਂ ਮੈਂ ਤਕਰੀਬਨ 30-35 ਦੇ ਕਰੀਬ ਤਾਂ ਵਿਦਿਆਰਥੀਆਂ ਦੇ ਐਜੂਕੇਸ਼ਨਲ ਟੂਰਸ ਐਂਡ ਟ੍ਰਿਪਸ ਜਿਹੜੇ ਸੀਗੇ ਜੀ, ਉਹ ਆਰਗੇਨਾਈਜ਼ ਕੀਤੇ। 30 ਦੇ ਕਰੀਬ ਕੈਂਪਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ ਮੋਸਟਲੀ 10 ਡੇਜ਼ ਕੈਂਪ ਹੁੰਦੇ ਸਨ। ਐਨਐਸਐਸ ਦੇ ਵੀ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਔਰ ਨੈਸ਼ਨਲ ਇੰਟੈਗ੍ਰੇਸ਼ਨ ਕੈਂਪ, ਇਸ ਟਾਈਪ ਦੇ। ਤੇ ਮੈਨੂੰ ਦੇਖੋ ਬਹੁਤ ਹੀ ਪਲੇਜ਼ੈਂਟ ਮਹਿਸੂਸ ਹੁੰਦਾ ਰਿਹਾ ਤੇ ਮੈਂ ਅੱਜ ਵੀ ਆਪਣੇ ਆਪ ਨੂੰ ਸਟਰੋਂਗ ਜਵਾਨ ਮਹਿਸੂਸ ਕਰ ਰਿਹਾ ਹਾਂ ਜੀ। ਬਹੁਤ ਖੁਸ਼ੀ ਹੋਈ ਇਸ ਕਿਸਮ ਦਾ ਜਜ਼ਬਾ ਦੇਖ ਕੇ, ਜੋ ਜਜ਼ਬਾ ਅੱਜ ਕੱਲ੍ਹ ਸਾਡੀ ਨੌਜਵਾਨੀ ਦੇ ਵਿੱਚੋਂ ਕਿਤੇ ਨਾ ਕਿਤੇ ਮਿਸਿੰਗ ਹੈ। ਪ੍ਰੋਫੈਸਰ ਸਾਹਿਬ, ਕੀ ਸਮਝਦੇ ਹੋ ਕਿ ਉਹ ਦੌਰ ਕਿਸ ਤਰ੍ਹਾਂ ਦਾ ਸੀ? ਕਿਉਂਕਿ ਅਸੀਂ ਅੱਜ ਵੀ ਅਕਸਰ ਗੱਲਾਂ ਕਰਦੇ ਹਾਂ ਪੰਜਾਬੀ ਸਾਹਿਤ ਉੱਤੇ ਕੰਮ ਹੋਣਾ ਚਾਹੀਦਾ ਹੈ। ਸਾਹਿਤ ਯਾਨੀ ਕਿ ਸਾਰਿਆਂ ਦਾ ਹਿੱਤ। ਜੇਕਰ ਅਸੀਂ ਕਿਸੇ ਕਲਚਰ ਨੂੰ ਬਹੁਤ ਅੱਛੀ ਤਰ੍ਹਾਂ ਸਮਝਣਾ ਹੋਵੇ ਤਾਂ ਅਸੀਂ ਉਹਨਾਂ ਲੋਕਾਂ ਨਾਲ ਰਿਲੇਟਡ ਸਾਹਿਤ ਪੜ੍ਹਦੇ ਹਾਂ। ਉਹਨਾਂ ਅੰਗਰੇਜ਼ੀ ਚੀਜ਼ਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨ ਦਾ ਫੁਰਨਾ ਕਿੱਥੋਂ ਫੁਰਿਆ? ਇੱਥੋਂ ਸ਼ੁਰੂਆਤ ਕਰੀ। ਦੇਖੋ, ਮੈਨੂੰ ਅੰਗਰੇਜ਼ੀ ਸਾਹਿਤ, ਮੈਂ ਪੰਜਾਬੀ ਦੀ MA ਵੀ ਕੀਤੀ ਹੈ। ਪੰਜਾਬੀ ਦੇ ਵਿੱਚ ਵੀ ਵਧੀਆ ਸਾਹਿਤਕਾਰ ਹੈਗੇ ਨੇ, ਲੇਕਿਨ ਮੈਨੂੰ ਇਹ ਲੱਗਿਆ ਕਿ ਕਿਉਂ ਨਾ ਜਿਹੜੇ ਸਾਡੇ ਪੰਜਾਬੀ ਪਾਠਕ ਹੈਗੇ ਨੇ, ਜਿਹੜੇ ਅੰਗਰੇਜ਼ੀ ਨਹੀਂ ਇੰਨਾ ਜਿਹੜੀ ਫਲੂਐਂਟਲੀ ਪੜ੍ਹ ਸਕਦੇ ਜਾਂ ਬਹੁਤ ਅੱਛੀ ਤਰ੍ਹਾਂ ਨਹੀਂ ਜਾਣਦੇ ਅੰਗਰੇਜ਼ੀ ਨੂੰ, ਕਿ ਉਹ ਵੀ ਅੰਗਰੇਜ਼ੀ ਸਾਹਿਤ ਦਾ ਆਨੰਦ ਮਾਣ ਸਕਣ। ਇਸ ਢੰਗ ਦੇ ਨਾਲ ਜਿਹੜਾ ਸੀ ਇਹ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜਿਹੜਾ ਮੇਰਾ ਅਨੁਵਾਦ ਦਾ ਕੰਮ ਸੀਗਾ ਉਹ ਇੱਕ ਤਰ੍ਹਾਂ ਦਾ ਚੈਲੰਜ ਸੀ ਮੇਰੇ ਵਾਸਤੇ ਕਿ ਕੀ ਤੁਸੀਂ ਇਹ ਕਰ ਸਕਦੇ ਹੋ। ਉਹ ਸੀ ਲਾਲਾ ਹਰਦਿਆਲ ਜੀ ਦੀ ਪੁਸਤਕ ਸੀਗੀ ਹਿੰਟਸ ਫਾਰ ਸੈਲਫ ਕਲਚਰ ਜੀ। ਔਰ ਉਸ ਪੁਸਤਕ ਨੂੰ ਬਹੁਤ ਹੀ ਮੁਸ਼ਕਲ ਸਮਝਿਆ ਜਾਂਦਾ ਗਾ। ਤੇ ਮੈਨੂੰ ਜੋ ਸਾਡੇ ਲੋਕ ਗੀਤ ਪ੍ਰਕਾਸ਼ਨ ਵਾਲੇ ਨੇ, ਜੋ ਹੁਣ ਯੂਨੀਸਟਾਰ ਦੇ ਬੈਨਰ ਅੰਡਰ ਕੰਮ ਕਰ ਰਹੇ ਨੇ, ਤਾਂ ਉਹਨਾਂ ਨਾਲ ਜਦ ਸੰਪਰਕ ਹੋਇਆ ਤੇ ਉਹਨਾਂ ਨੇ ਮੇਰੇ ਬੇਟੇ ਦੇ ਥਰੂ, ਡਾਕਟਰ ਧਰਮਿੰਦਰ ਸਿੰਘ ਉੱਭਾ ਦੇ ਥਰੂ ਮੇਰੇ ਨਾਲ ਜਾਣੀ ਕੰਟੈਕਟ ਦੇ ਵਿੱਚ ਆਏ। ਤਾਂ ਉਹਨਾਂ ਨੇ ਕਿਹਾ ਵੀ ਇੱਕ ਕਿਤਾਬ ਹੈ
ਟਰਾਂਸਲੇਟ ਕਰਨ ਵਾਲੀ ਅਗਰ ਕੋਈ ਕਰ ਸਕੇ, ਇਹਨੂੰ ਕੋਈ ਹੱਥ ਨਹੀਂ ਪਾਉਂਦਾ। ਜੇ ਕੋਈ ਹੱਥ ਪਾ ਲੈਂਦਾ ਤੇ 2-4 ਪੇਜ 10 ਪੇਜ 20 ਪੇਜ ਕਰਕੇ ਛੱਡ ਦਿੰਦਾ। ਸਭ ਤੋਂ ਔਖਾ ਟਾਸਕ ਤੁਹਾਨੂੰ ਦੇ ਦਿੱਤਾ। ਹਾਂ, ਕਿ ਅਗਰ ਤੁਸੀਂ ਇਹ ਕਰ ਸਕਦੇ ਹੋ। ਮੈਂ ਕਿਹਾ ਜੀ ਅਗਰ ਮੈਂ ਸ਼ੁਰੂ ਕਰ ਲਿਆ ਤੇ ਫਿਰ ਮੈਂ ਵਿਚਾਲੇ ਨਹੀਂ ਛੱਡਦਾ, ਇਹਨੂੰ ਸਿਰੇ ਲਾਊਂ ਜੀ। ਉਹ ਕਿਤਾਬ ਅਨੁਵਾਦ ਕੀਤੀ ਔਰ ਉਹ ਕਿਤਾਬ ਨੂੰ ਇੰਨਾ ਵਧੀਆ ਹੁੰਗਾਰਾ ਮਿਲਿਆ। ਉਹਦੇ ਬਹੁਤ ਸਾਰੇ ਐਡੀਸ਼ਨ ਜਿਹੜੇ ਸੀਗੇ ਨਿਕਲੇ ਵਿਕੇ ਜੀ। ਔਰ ਉਹ ਟੌਪ ਦੀ ਕਿਤਾਬ ਹੈਗੀ ਹੈ ਜੀ। ਤੇ ਉਸ ਤੋਂ ਬਾਅਦ ਬਸ ਫਿਰ ਚੱਲ ਸੋ ਚੱਲ। ਤੇ ਫਿਰ ਉਹ ਕਹਿੰਦੇ ਵੀ ਬੈਸਟ ਪੋਸੀਬਲ ਜਿਹੜਾ ਸਾਹਿਤ ਹੈ ਇੰਗਲਿਸ਼ ਦਾ, ਕਲਾਸਿਕਸ ਨੇ, ਉਹਨਾਂ ਨੂੰ ਪੰਜਾਬੀ 'ਚ ਤੁਸੀਂ ਅਨੁਵਾਦ ਕਰੋ, ਅਸੀਂ ਛਾਪਾਂਗੇ ਔਰ ਤੁਹਾਨੂੰ ਪੇਮੈਂਟ ਵੀ ਕਰਾਂਗੇ। ਔਰ ਮੈਨੂੰ ਲੋੜ ਵੀ ਸੀ, ਆਪਦੇ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਉਹਨਾਂ ਦੀ ਸ਼ਾਦੀਆਂ ਵੀ ਕਰਨੀਆਂ ਸੀ, ਤੇ ਮੈਂ ਟਾਈਮ ਐਕਸਟਰਾ ਲਾ ਕੇ ਤੇ ਅਨੁਵਾਦ ਕਰਨਾ ਸ਼ੁਰੂ ਕਰਤਾ। ਜੀ। ਤੇ ਉਹ ਕੀ ਤੁਹਾਨੂੰ ਪਤਾ ਸੀ ਕਿ ਇਹ ਜਰਨੀ ਇੰਨੀ ਲੰਬੀ ਚਲੇ ਜੇਗੀ ਔਰ ਇਹ ਚੀਜ਼ ਤੁਹਾਡਾ ਸ਼ੌਂਕ ਹੀ ਬਣ ਨਿਬੜੇਗੀ? ਬਿਲਕੁਲ ਮੇਰਾ ਸ਼ੌਕ ਬਣ ਗਿਆ। ਕੰਮ ਕਰਨ ਦਾ ਅਸਲ ਵਿੱਚ ਮੈਨੂੰ ਜਨੂਨ ਰਿਹਾ। ਸਾਡੇ ਪਰਿਵਾਰ ਦੇ ਵਿੱਚ ਹੀ ਥੋੜਾ ਜਿਹਾ ਇਦਾਂ ਦਾ ਜਨੂਨ ਕੁਛ ਹੈ ਕਿ ਵੀ ਇੰਜੋਏ ਵਰਕ। ਜੀ। ਜਦੋਂ ਕੰਮ ਹੋਵੇ, ਕੰਮ ਨਾ ਹੋਵੇ ਫਿਰ ਕਾਫੀ ਔਖੇ ਹੁੰਨੇ ਆ ਜੀ। ਬੋਰ ਮਹਿਸੂਸ ਕਰਦੇ ਆ, ਬਿਮਾਰ ਜੇ ਮਹਿਸੂਸ ਕਰਦੇ ਆ, ਲੇਕਿਨ ਜਦ ਕੰਮ ਹੁੰਦਾ ਫਿਰ ਉਤਸ਼ਾਹ 'ਚ ਆ ਜਾਂਦੇ ਆ। ਜੀ। ਤੇ ਬਸ ਫਿਰ ਤਾਂ ਆਨੰਦ ਆਈ ਗਿਆ, ਤਕਲੀਫ ਤਾਂ ਹੋਈ ਨਹੀਂ। ਦਰਸ਼ਕੋ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਉੱਭਾ ਫੈਮਿਲੀ ਹੈ। ਇਹ ਪਰਿਵਾਰ ਨੂੰ ਪੰਜਾਬ ਦਾ ਇੱਕੋ ਇੱਕ ਇਸ ਕਿਸਮ ਦਾ ਪਰਿਵਾਰ ਕਿਹਾ ਜਾਂਦਾ ਹੈ ਜਿਹਨੂੰ ਰਾਈਟਰਸ ਦੀ ਫੈਮਿਲੀ ਦੇ ਨਾਮ ਤੋਂ ਅਸੀਂ ਜਾਣਦੇ ਹਾਂ ਕਿ ਇੱਕ ਹੀ ਫੈਮਿਲੀ ਔਰ ਸਾਰੇ ਜਾਣੇ ਹੀ ਰਾਈਟਰਸ। ਇਸ ਤੋਂ ਇਲਾਵਾ ਮੈਂ ਇੱਕ ਹੋਰ ਜਿਹੜੀ ਬੜੀ ਮਹੱਤਵਪੂਰਨ ਗੱਲ ਹੈ ਉਹ ਕਰਾਂਗੀ। ਉਹ ਹੈ ਕਿ ਮੈਂ ਖੁਦ ਵੀ ਕੁਝ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹੀਆਂ, ਜਾਂ ਜਦੋਂ ਤੁਸੀਂ ਸਰਫ ਕਰਦੇ ਹੋ ਦ ਸੀਕ੍ਰੇਟ ਆਫ ਨਾਗਾਜ਼ ਦੀ ਗੱਲ ਕਰੀਏ, ਜਾਂ ਮੈਡੀਟੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਇੱਕ ਬੜੀ ਅੱਛੀ ਕਿਤਾਬ ਸੀ ਦ ਸੋਲ ਜਰਨੀ ਆਫ ਅ ਮੈਡੀਟੇਟਰ। ਸੋ ਉਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਪੜ੍ਹਦੇ ਹੋ, ਕਿਉਂਕਿ ਕਿਤੇ ਨਾ ਕਿਤੇ ਜਦੋਂ ਅੰਗਰੇਜ਼ੀ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਇੱਕ ਲਲਕ ਹੁੰਦੀ ਹੈ ਕਿ ਜੇ ਇਹ ਸਾਡੀ ਭਾਸ਼ਾ ਵਿੱਚ ਹੋਵੇ ਅਸੀਂ ਉਹਨੂੰ ਬਿਹਤਰ ਤਰੀਕੇ ਨਾਲ ਸਮਝ ਵੀ ਸਕਦੇ ਹਾਂ ਤੇ ਉਹਨੂੰ ਪੜ੍ਹਨ ਦਾ ਕੁਝ ਮਜ਼ਾ ਵੀ ਹੋਰ ਹੋ ਜਾਂਦਾ ਹੈ। ਸੋ ਤੁਹਾਡੀਆਂ ਕਲਾਕ੍ਰਿਤੀਆਂ ਹੀ ਮੈਂ ਕਹਾਂਗੀ, ਇਹ ਇੰਨੀਆਂ ਸਾਰੀਆਂ ਜੋ ਕਿਤਾਬਾਂ ਨੇ ਉਹਨਾਂ ਦੀ ਇੱਕ ਖਾਸੀਅਤ ਇਹ ਰਹੀ ਹੈ ਕਿ ਤੁਸੀਂ ਉਹਨਾਂ ਦੇ ਵਿੱਚ ਇੱਕ ਸਪਿਰਿਟ ਭਰ ਦਿੱਤੀ, ਕਿਉਂਕਿ ਟਰਾਂਸਲੇਟਡ ਜਿਹੜੇ ਵਰਸ਼ਨਸ ਹੁੰਦੇ ਨੇ ਉਹ ਕਿਤੇ ਨਾ ਕਿਤੇ ਬੋਰੀਅਤ ਭਰੇ ਹੁੰਦੇ ਹੈ, ਪਰ ਤੁਹਾਡੀਆਂ ਕਿਤਾਬਾਂ ਇਹ ਚੀਜ਼ ਤੋਂ ਕਾਫੀ ਪਰੇ ਨੇ। ਹਾਂ ਬਿਲਕੁਲ ਜੀ, ਤੁਹਾਡੀ ਇਹ ਗੱਲ ਠੀਕ ਹੈਗੀ ਹੈ। ਅਗਰ ਅਸੀਂ ਵਰਡ ਫॉर ਵਰਡ ਟਰਾਂਸਲੇਟ ਕਰਾਂਗੇ ਕਿਸੇ ਵੀ ਬੁੱਕ ਨੂੰ ਜਾਂ ਕਿਸੇ ਵੀ ਵਰਕ ਨੂੰ ਤਾਂ ਉਹ 'ਚ ਡਲਨੈਸ ਆਉਣੀ ਸੁਭਾਵਿਕ ਹੈਗੀ ਹੈ। ਜੀ। ਤਾਂ ਮੈਂ ਹਮੇਸ਼ਾ ਉਸ ਵਰਕ ਦੀ ਜਿਹੜੀ ਸਪਿਰਿਟ ਹੈ ਉਹਨੂੰ ਲਿਆ ਜੀ। ਔਰ ਇਹ ਦੇਖਿਆ ਕਿ ਸਪਿਰਿਟ ਨੂੰ ਜਿਹੜੀ ਹੈਗਾ ਅਨੁਵਾਦ ਕਰਾਂ, ਉਹਨੂੰ ਪੰਜਾਬੀ ਦੇ ਵਿੱਚ ਲਿਖਾਂ। ਜੀ। ਉਸ ਕਲਚਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਇੰਗਲਿਸ਼ ਕਲਚਰ ਨੂੰ। ਪੰਜਾਬੀ ਕਲਚਰ ਨੂੰ ਨੈਚੁਰਲੀ ਮੈਂ ਜਾਣਦਾ ਹੀ ਸੀਗਾ, ਪੰਜਾਬੀ ਭਾਸ਼ਾ ਦੇ ਵਿੱਚ ਮੈਨੂੰ ਕਾਫੀ ਅੱਛਾ ਸੀਗਾ ਤੇ ਇੰਗਲਿਸ਼ ਦੇ ਵਿੱਚ ਵੀ ਅੱਛਾ ਸੀਗਾ ਕਿਉਂਕਿ ਮੇਰਾ ਸਬਜੈਕਟ ਸੀ। ਜੀ। ਮੈਂ ਟੀਚਰ ਸੀ ਇੰਗਲਿਸ਼ ਦਾ, ਤੇ ਇਸ ਕਰਕੇ ਉਹਨਾਂ ਦੇ ਵਿੱਚ ਡਲਨੈਸ ਨਹੀਂ ਕਿਤੇ ਵੀ ਆਈ ਮੇਰੀਆਂ ਬੁੱਕਸ ਦੇ ਵਿੱਚ ਨਾ। ਤਾਂ ਮੈਨੂੰ ਪਾਠਕਾਂ ਵੱਲੋਂ ਜੋ ਵੀ ਹੁੰਗਾਰਾ ਮਿਲਿਆ, ਇਹੀ ਹਮੇਸ਼ਾ ਕਿਹਾ ਗਿਆ ਕਿ ਜੀ ਤੁਹਾਡੀ ਜਿਹੜੀ ਕਿਤਾਬ ਹੈ ਉਹ ਡਲ ਨਹੀਂ, ਐਂ ਨਹੀਂ ਲੱਗਦਾ ਕਿ ਵੀ ਇਹ ਅਨੁਵਾਦ ਆ, ਐਂ ਲੱਗਦਾ ਕਿ ਮੌਲਿਕ ਬੁੱਕ ਹੈਗੀ ਹੈ ਜੀ। ਤਾਂ ਇਹੀ ਚੀਜ਼ ਮੈਨੂੰ ਇਨਕਰੇਜ ਕਰਦੀ ਰਹੀ। ਜੀ। ਮੈਨੂੰ ਉਤਸ਼ਾਹ ਮਿਲਦਾ ਰਿਹਾ ਪਾਠਕਾਂ ਵੱਲੋਂ, ਜਿਹੜੀ ਵੀ ਕਿਤਾਬ ਨਿਕਲਦੀ ਸੀਗੀ, ਔਰ ਜਿਹੜੇ ਮੇਰੇ ਪਬਲਿਸ਼ਰ ਸੀ ਉਹ ਵੀ ਬੜੇ ਖੁਸ਼ ਹੁੰਦੇ ਸੀਗੇ ਕਿ ਉਸ ਕਿਤਾਬ ਦੇ ਪਾਠਕ ਹੈਗੇ ਨੇਗੇ। ਜੀ। ਤੁਸੀਂ 3 ਮਰਤਬਾ ਕਿਤਾਬ ਦੇ ਪਾਠਕਾਂ ਦੀ ਗੱਲ ਕੀਤੀ, ਕੋਈ ਇਸ ਤਰ੍ਹਾਂ ਦੀ ਯਾਦਗਾਰੀ ਘਟਨਾ ਜਾਂ ਉਹਨਾਂ ਨਾਲ ਜੁੜਿਆ ਕੋਈ ਕਿੱਸਾ ਹੋਵੇ ਜਦੋਂ ਤੁਹਾਨੂੰ ਆਪਣੇ ਪਾਠਕ ਦਾ ਜੋ ਰਿਵਿਊ ਹੈ ਉਹ ਸੁਣ ਕੇ ਬੜਾ ਹੀ ਲੁਤਫ ਆਇਆ ਹੋਵੇ? ਮੈਨੂੰ ਬੜਾ ਲੁਤਫ ਆਇਆ ਜੀ। ਮੇਰੇ ਕੋਲੇ ਬੜੇ ਲੈਟਰਸ ਆਉਂਦੇ ਹੁੰਦੇ ਸੀ, ਅੱਜ ਕੱਲ੍ਹ ਦਾ ਮੋਬਾਈਲ ਹੋ ਗਿਆ ਨਾ। ਜੀ। ਪਹਿਲਾਂ ਲੈਟਰਸ ਆਉਂਦੇ ਹੁੰਦੇ ਕਿ ਵੀ ਆਹ ਤੁਹਾਡੀ ਕਿਤਾਬ ਪੜ੍ਹੀ ਜੀ, ਬਹੁਤ ਵਧੀਆ ਲੱਗੀ ਜੀ, ਬੜਾ ਆਨੰਦ ਆਇਆ ਜੀ। ਜਾਂ ਕਈ ਵਾਰੀ ਕਿਤੇ ਕਿਤੇ ਕੋਈ ਗੋਸ਼ਟੀ ਵਗੈਰਾ ਜਾਂ ਇੱਦਾਂ ਦਾ ਹੋ ਸਕਦਾ, ਉੱਥੇ ਵਿਚਾਰ ਚਰਚਾ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਗੱਲ ਆਉਂਦੀ ਤਾਂ ਉਸ ਦੇ ਵਿੱਚ ਉਤਸ਼ਾਹ ਮਿਲਦਾ ਸੀਗਾ ਕਿ ਬਹੁਤ ਵਧੀਆ ਜੀ, ਕਮਾਲ ਆ, ਇਸ ਤਰ੍ਹਾਂ ਦਾ ਹੈ। ਔਰ ਜਦੋਂ ਸ਼੍ਰੋਮਣੀ ਪੁਰਸਕਾਰ ਦੀ ਗੱਲ ਆਈ ਔਰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ, ਕਿਉਂਕਿ ਇੱਕ ਰਾਈਟਰ ਵਾਸਤੇ ਜਾਂ ਤੁਸੀਂ ਕਿਸੇ ਵੀ ਫੀਲਡ ਵਿੱਚ ਕੋਈ ਕੰਮ ਕੀਤਾ ਹੋਵੇ ਔਰ ਉਹ ਚੀਜ਼ ਦੀ ਬੁੱਕਤ ਪੈਂਦੀ ਹੈ ਤਾਂ ਇੱਕ ਅਜੀਬ ਕਿਸਮ ਦੀ ਕੈਫੀਅਤ ਹੁੰਦੀ ਹੈ, ਤੁਹਾਡਾ ਕੀ ਰਿਐਕਸ਼ਨ? ਨਹੀਂ, ਇਹ ਖੁਸ਼ੀ ਤਾਂ ਹੋਈ, ਇਸ ਦੇ ਵਿੱਚ ਕੋਈ ਸ਼ੱਕ ਨਹੀਂਗਾ, ਪਰ ਇਹ ਨਹੀਂ ਸੀ ਕਦੇ ਸੋਚਿਆ, ਸੁਪਨਾ ਵੀ ਨਹੀਂ ਸੀਗਾ ਵੀ ਇੱਦਾਂ ਕੋਈ ਅਵਾਰਡ ਮਿਲੂਗਾ ਜਾਂ ਕੋਈ ਹੋਰ ਗੱਲ ਆ, ਅਤੇ ਨਾ ਹੀ ਮਨ ਦੇ ਵਿੱਚ ਇਹ ਜਿਹੀ ਕੋਈ ਅਭਿਲਾਸ਼ਾ ਸੀਗੀ। ਕੰਮ ਕਰਦੇ ਰਹੇ ਅਤੇ ਕੰਮ ਦੀ ਰਿਕੋਗਨੀਸ਼ਨ ਜਿਹੜੀ ਹੈਗੀ ਆ ਉਹ ਮਿਲ ਗਈ ਜੀ। ਔਰ ਬੜਾ ਅੱਛਾ ਲੱਗਿਆ ਕਿ ਚਲੋ ਵਰਕ ਨੂੰ ਰਿਕੋਗਨੀਸ਼ਨ ਮਿਲੀ ਹੈਗੀ। ਅਦਰਵਾਈਜ਼ ਵੀ ਕਦੇ ਕੋਈ ਫੰਕਸ਼ਨ ਹੁੰਦਾ, ਕਦੇ ਕਿਸੇ ਰੂਪ ਦੇ ਵਿੱਚ, ਕਦੇ ਕਿਸੇ
ਦੇ ਵਿੱਚ ਕਿਸੇ ਨੇ ਸਨਮਾਨਿਤ ਕਰਤਾ, ਕਿਸੇ ਕਲੱਬ ਵਾਲੇ ਨੇ, ਕਿਸੇ ਸਭਾ ਵਾਲਿਆਂ ਨੇ, ਕਿਸੇ ਹੋਰ ਇਸ ਤਰ੍ਹਾਂ ਦੇ ਜਿਹੜੇ ਸੀਗੇ ਸਾਹਿਤਕ ਜਿਹੜੇ ਐਸੋਸੀਏਸ਼ਨਸ ਕੋਈ ਸਭਾਵਾਂ ਨੇ ਉਹਨਾਂ ਵੱਲੋਂ ਹੁੰਦਾ ਰਹਿੰਦਾ ਸੀਗਾ ਜੀ। ਤਾਂ ਅੱਛਾ ਲੱਗਦਾ ਸੀਗਾ ਜੀ ਪ੍ਰੋਫੈਸਰ ਸਾਹਿਬ, ਬੁੱਧੀਜੀਵੀਆਂ ਦੇ ਅਕੋਰਡਿੰਗ ਅਸੀਂ ਸੁਣਿਆ ਹੈ ਕਿ ਜਦੋਂ ਤੁਸੀਂ ਨੌਲੇਜ ਦੀ ਗੱਲ ਕਰਦੇ ਹੋ ਤਾਂ ਨੌਲੇਜ ਤੁਸੀਂ ਦੋ ਸਰੋਤਾਂ ਤੋਂ ਗੇਨ ਕਰ ਸਕਦੇ ਹੋ। ਇੱਕ ਤਾਂ ਬਹੁਤ ਸਾਰੀਆਂ ਕਿਤਾਬਾਂ ਨੂੰ ਪੜ੍ਹਨਾ ਤੇ ਦੂਸਰਾ ਟਰੈਵਲ ਕਰਨਾ। ਕੀ ਟਰੈਵਲ ਤੁਸੀਂ ਕਰਦੇ ਰਹੇ, ਜੇ ਕੀਤਾ ਤਾਂ ਉਹ ਚੀਜ਼ਾਂ ਵੀ ਵਿੱਚ ਨਾਲ ਮਿਕਸ ਹੁੰਦੀਆਂ ਕਿਉਂਕਿ ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੋਨੋਂ ਹੀ ਕੰਮ ਕੀਤੇ ਨੇ ਜੀ, ਪੁਸਤਕਾਂ ਹੀ ਬਹੁਤ ਪੜ੍ਹੀਆਂ ਨੇ ਔਰ ਨਾਲ ਟਰੈਵਲ ਵੀ ਕਾਫੀ ਕੀਤਾ ਹੈਗਾ ਕੀਤਾ। ਮੈਂ ਵੈਸੇ ਲੈਕਚਰਰ ਲੱਗਣ ਤੋਂ ਬਾਅਦ ਹੀ ਹੈ, ਪਹਿਲਾਂ ਤਾਂ ਬਹੁਤਾ ਮੈਂ ਕਿਤੇ ਨਹੀਂ ਜਾ ਸਕਿਆ ਔਰ ਉਸ ਤੋਂ ਬਾਅਦ ਫਿਰ ਮੈਂ ਦੋ ਤਰ੍ਹਾਂ ਦੇ ਯਾਨੀ ਟਰੈਵਲਸ ਕੀਤੇ। ਇੱਕ ਤਾਂ ਮੈਂ ਆਪਣੇ ਵਿਦਿਆਰਥੀਆਂ ਨੂੰ ਟੂਰਸ ਐਂਡ ਟ੍ਰਿਪਸ ਤੇ ਬਹੁਤ ਲੈ ਕੇ ਗਿਆ ਜੀ, ਜਿੱਥੇ ਵੀ ਕਿਤੇ ਮਤਲਬ ਮੈਨੂੰ ਪੋਸੀਬਲ ਲੱਗਦਾ ਉੱਥੇ ਹੀ ਲੈ ਜਾਂਦਾ। ਮੰਨ ਲਓ ਮੈਂ ਨੇਪਾਲ ਵੀ ਲੈ ਕੇ ਗਿਆ ਆਪਣੇ ਵਿਦਿਆਰਥੀਆਂ ਨੂੰ, ਸਾਊਥ ਦੇ ਵਿੱਚ ਵੀ ਘੁਮਾ ਕੇ ਲਿਆਇਆ, ਫਿਰ ਇੱਧਰ ਆਪਣਾ ਲੈ ਕੇ ਗਿਆ ਬੰਬੇ, ਗੋਆ, ਫਿਰ ਜੰਮੂ ਕਸ਼ਮੀਰ ਵਗੈਰਾ ਇੱਧਰ। ਫਿਰ ਮੈਂ ਕੁਛ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪਸ ਲਾਏ ਜੀ। ਉਹ ਜਿਹੜੇ ਕੈਂਪ ਸੀਗੇ ਉਹ ਜਿਸ ਤਰ੍ਹਾਂ ਇੱਕ ਕੈਂਪ ਅਸੀਂ ਮਨਾਲੀ ਲਾਇਆ, ਉੱਥੇ ਮੈਂ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਗਿਆ। ਇੱਕ ਅਸੀਂ ਮਸ਼ੋਬਰੇ ਲਾਇਆ ਸ਼ਿਮਲੇ ਕੋਲ, ਇੱਕ ਅਸੀਂ ਖਜਿਆਰ ਲਾਇਆ, ਉੱਥੇ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਗਿਆ। ਇੱਦਾਂ ਕੈਂਪ ਲਾਉਂਦਾ ਰਿਹਾ। ਫਿਰ ਇੱਕ ਨੈਸ਼ਨਲ ਇੰਟੈਗ੍ਰੇਸ਼ਨ ਕੈਂਪਸ ਹੁੰਦੇ ਸੀਗੇ, ਉੱਥੇ ਮੈਂ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਗਿਆ ਚੰਬਲ ਘਾਟੀ ਦੇ ਵਿੱਚ ਜੀ, ਜਿਹੜੀ ਨੋਟੋਰੀਅਸ ਫਾਰ ਡੈਕੁਆਇਟਸ ਹੈ ਨਾ, ਡਾਕੂ। ਉਹਨਾਂ ਨੂੰ ਵੈਸੇ ਉਹ ਡਾਕੂ ਨਹੀਂ ਕਹਿਣ ਦਿੰਦੇ, ਉਹਨਾਂ ਨੂੰ ਬਾਗੀ ਕਹਿਣਾ ਪੈਂਦਾ ਹੈਗਾ। ਉਹ ਬਾਗੀ ਕਹਾਉਂਦੇ ਨੇ ਆਪਣੇ ਆਪ ਨੂੰ, ਡਾਕੂ ਨਹੀਂ ਜੀ। ਤੇ ਉੱਥੇ ਲਾਏ 12-13 ਦਿਨ ਚੰਬਲ ਘਾਟੀ ਦੇ ਵਿੱਚ ਹੀ ਅਸੀਂ, ਨਾਲ ਮੇਰੇ ਵਿਦਿਆਰਥੀ ਸੀਗੇ। ਔਰ ਉਸ ਤੋਂ ਬਾਅਦ ਫਿਰ ਲਕਸ਼ਦੀਪ ਮੈਂ ਇੱਕ ਕੈਂਪ ਲਾ ਕੇ ਆਇਆ, ਵਾਓ, ਉੱਥੇ ਲਾਏ 15 ਦਿਨ ਜੀ। ਤਾਂ ਘੁੰਮਣਾ ਫਿਰਨਾ ਤੁਹਾਨੂੰ ਬਹੁਤ ਸਾਰੀਆਂ, ਜਦੋਂ ਤੁਸੀਂ ਚੀਜ਼ਾਂ ਨੂੰ ਐਕਸਪਲੋਰ ਕਰਦੇ ਹੋ, ਥਾਵਾਂ ਨੂੰ ਐਕਸਪਲੋਰ ਕਰਦੇ ਹੋ, ਤਾਂ ਉਹ ਤੁਹਾਡੇ ਤਜਰਬੇ ਦੇ ਵਿੱਚ ਚੀਜ਼ਾਂ ਐਡ ਹੁੰਦੀਆਂ ਨੇਗੀਆਂ। ਔਰ ਇੰਨੀਆਂ ਸਾਰੀਆਂ ਹੁਣ ਕਿਤਾਬਾਂ ਸਾਡੇ ਸਾਹਮਣੇ ਵੀ ਪਈਆਂ, ਤੁਹਾਡੇ ਦਿਲ ਦੇ ਕਰੀਬ ਸਭ ਤੋਂ ਨੇੜੇ ਕਿਹੜੀ ਕਿਤਾਬ ਹੈ? ਇਹ ਤਾਂ ਕਹਿਣਾ ਦੇਖੋ ਮੁਸ਼ਕਿਲ ਹੈਗਾ ਕਿ, ਲੇਕਿਨ ਹਰ ਕਿਤਾਬ ਦਾ ਆਪਣਾ ਆਪਣਾ ਚਾਰਮ ਹੈਗਾ, ਹਰ ਕਿਤਾਬ ਦਾ ਆਪਣਾ ਆਪਣਾ ਆਨੰਦ ਹੈ। ਹਰ ਕਿਤਾਬ ਨੂੰ ਪੂਰੇ ਸ਼ੌਕ ਨਾਲ ਮੈਂ ਕੀਤਾ ਹੈਗਾ ਜੀ। ਜਿਹੜੀ ਦੋ ਕਿਤਾਬਾਂ ਲੇਟੈਸਟ ਮੇਰੀਆਂ ਹੈਗੀਆਂ ਨੇਗੀਆਂ, ਜਿਵੇਂ ਪੁਰਾਤਨ ਭਾਰਤੀ ਕਥਾ ਕਹਾਣੀਆਂ, ਉਹ ਮੇਰੇ ਚਿੱਤ 'ਚ ਇਹ ਸੀ ਕਿ ਵੀ ਜਿਹੜਾ ਸਾਡਾ ਪੁਰਾਣਾ ਸਾਹਿਤ ਹੈ ਤੇ ਉਹ ਇਦਾਂ ਇੱਕ ਰੂਪ ਦੇ ਵਿੱਚ ਜਾਂ ਇੱਕ ਪੁਸਤਕ ਦੇ ਵਿੱਚ ਕਿਤੇ ਇਦਾਂ ਨਹੀਂ ਮਿਲਦਾ ਸੀਗਾ, ਸਕੈਟਰਡ ਹੈ। ਸ਼ਕੁੰਤਲਾ ਦੁਸ਼ਯੰਤ ਦੀ ਮੈਂ ਕਹਾਣੀ ਪੜ੍ਹੀ ਸੀਗੀ, ਮੰਨ ਲਓ ਸਕੂਲ ਦੇ ਵਿੱਚ ਲੱਗੀ ਹੁੰਦੀ ਸੀਗੀ। ਕੁਝ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰੈਫਰੈਂਸਿਸ ਆਉਂਦੇ ਨੇਗੇ, ਕੁਝ ਕਈ ਵਾਰੀ ਕਿਤੇ ਕੋਈ ਕਥਾ ਕਰਦੇ ਹਨ ਪੰਡਤ ਜੀ, ਉਹ ਵੀ ਕਹਾਣੀ ਸੁਣਾਉਂਦੇ ਨੇ। ਲੇਕਿਨ ਇੱਦਾਂ ਮੈਨੂੰ ਕੋਈ ਕਿਤਾਬ ਨਹੀਂ ਮਿਲੀ ਸੀ ਜਿੱਥੇ ਸਾਰੀਆਂ ਇੱਦਾਂ ਮਿਲਦੀਆਂ ਹੁਣ। ਤੇ ਮੇਰੀ ਇਹ ਅਭਿਲਾਸ਼ਾ ਸੀ ਕਿ ਵੀ ਮੈਂ ਇੱਕ ਪੁਸਤਕ ਵਿੱਚ ਕਰਾਂ, ਤਾਂ ਉਹਦੇ ਵਿੱਚ ਫਿਰ ਮੈਂ ਕਾਫੀ ਸਾਰੀਆਂ ਇੱਦਾਂ ਦੀਆਂ ਕਹਾਣੀਆਂ, ਜਿਵੇਂ ਸਾਡੇ ਭਗਤ ਨੇ, ਧਰੁਵ ਭਗਤ ਹੈ, ਧੰਨਾ ਭਗਤ ਜੀ ਨੇ, ਪ੍ਰਹਿਲਾਦ ਭਗਤ ਜੀ ਨੇ, ਉਹਨਾਂ ਦੇ ਜੀਵਨ ਬਾਰੇ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਹੈਗੀਆਂ ਨੇ, ਜਿਵੇਂ ਅਨਸੂਆ ਦੀ ਹੈ, ਸਵਿਤਰੀ ਸਤਿਆਵਾਨ ਦੀ ਹੈ, ਸ਼ਕੁੰਤਲਾ ਦੁਸ਼ਯੰਤ ਵਾਲੀ ਕਹਾਣੀ ਹੈ, ਇੱਦਾਂ ਦੀਆਂ ਕਹਾਣੀਆਂ ਪੁਰਾਣੀਆਂ ਸਾਰੀਆਂ ਇਕੱਠੀਆਂ ਕਰਕੇ ਮੈਂ ਤਾਂ ਉਹ ਇੱਕ ਪੁਸਤਕ ਤਿਆਰ ਕੀਤੀ, ਪੁਰਾਤਨ ਭਾਰਤੀ ਕਥਾ ਕਹਾਣੀਆਂ। ਤੇ ਉਸ ਬੁੱਕ ਨੂੰ ਬਹੁਤ ਹੀ ਜ਼ਿਆਦਾ ਰਿਸਪੌਂਸ ਮਿਲਿਆ ਔਰ ਉਸ ਨੂੰ NBTI ਯਾਨੀ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਨੇ ਐਕਸੈਪਟ ਕੀਤੀ ਆ ਉਹ, ਤਾਂ ਉਸ ਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਹ ਅਨੁਵਾਦ ਕਰਵਾਉਣਗੇ ਭਾਰਤ ਦੀਆਂ। ਹਿੰਦੀ ਦੇ ਵਿੱਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ, ਤੇ ਬਾਕੀ ਫਿਰ ਹੋਰ ਭਾਸ਼ਾਵਾਂ ਦੇ ਵਿੱਚ ਨਾਲ ਦੀ ਨਾਲ ਉਹ ਚੱਲਣੀਆਂ ਹੈਗੀਆਂ ਨੇਗੀਆਂ। ਜਾਂ ਇਸ ਤਰ੍ਹਾਂ ਪੰਚਤੰਤਰ ਦੀਆਂ ਕਹਾਣੀਆਂ ਦੁਨੀਆ ਦੀਆਂ ਸਭ ਤੋਂ ਵੱਧ ਭਾਸ਼ਾਵਾਂ 'ਚ ਅਨੁਵਾਦ ਹੋਣ ਵਾਲੀ ਉਹ ਮੰਨੀ ਜਾਂਦੀ ਹੈਗੀ ਆ ਆਪਣੇ ਇੰਡੀਆ ਦੀਆਂ ਬੁੱਕਸ ਦੇ ਵਿੱਚੋਂ। ਤਾਂ ਉਹਦੀਆਂ 50 ਕਹਾਣੀਆਂ ਮੈਂ ਕੀਤੀਆਂ, ਪੰਚਤੰਤਰ ਦੀਆਂ ਕਹਾਣੀਆਂ। ਤੇ ਵਿਰਸੇ ਦੀ ਕਿਤਾਬ ਕੀਤੀ, ਓਰੀਜਨਲ ਕਿਤਾਬ ਹੈਗੀ ਹੈ ਮੇਰੀ, ਵਿਰਸਾ ਤੇ ਸੱਭਿਆਚਾਰ, ਸਿੱਖ ਧਰਮ ਅਤੇ ਜੀਵਨ ਦਰਸ਼ਨ, ਇਹ ਕਿਤਾਬ ਕੀਤੀ। ਜਾਣੀ ਓਰੀਜਨਲ ਵੀ ਹੈਗੀਆਂ ਨੇ, ਅਨੁਵਾਦ ਵੀ ਹੈਗੇ ਨੇਗੇ ਵਿੱਚ, ਤੇ ਉਹ ਰਲ ਮਿਲ ਕੇ ਜਿਹੜਾ ਵੀ ਕਰਦਾ ਸੀ ਉਸ ਦੇ ਆਨੰਦ ਆ ਜੀ। ਔਰ ਲਿਖਦੇ ਸਮੇਂ ਜਦੋਂ ਤੁਸੀਂ ਖਾਸ ਕਰ ਅਨੁਵਾਦ ਦੀ ਗੱਲ ਕਰੀ, ਕਿਉਂਕਿ ਅਨੁਵਾਦ ਨੂੰ ਅਸੀਂ ਕਾਫੀ ਇੱਕ ਡਿਫਿਕਲਟ ਟਾਸਕ ਮੰਨਦੇ ਹਾਂ, ਕਿਉਂਕਿ ਤੁਸੀਂ ਲੀ ਤੋਂ ਹਟ ਨਹੀਂ ਸਕਦੇ। ਜਦੋਂ ਤੁਸੀਂ ਸਪਿਰਿਟ ਉਹਦੇ ਵਿੱਚ ਇਨਵੋਲਵ ਕਰਨੀ ਹੁੰਦੀ ਹੈ, ਇਨਕਲੂਡ ਕਰਨੀ ਹੁੰਦੀ ਹੈ, ਤਾਂ ਉਹਦੇ ਤੁਸੀਂ ਈਡੀਅਮਸ ਵਗੈਰਾ ਯੂਜ਼ ਕਰਦੇ ਹੋ, ਆਪਣੇ ਵੱਲੋਂ ਮੁਹਾਵਰੇ ਜਾਂ ਤਸ਼ਬੀਹਾਂ ਯੂਜ਼ ਕਰਦੇ ਹੋ? ਉਹ ਸਾਰਾ ਕੁਝ ਹੀ ਹੋ ਜਾਂਦਾ ਜੀ। ਉਹ ਜਿਸ ਤਰ੍ਹਾਂ ਹੁਣ ਮੈਂ ਇੱਕ ਜਿਹੜਾ ਸੀ ਨਾਟਕ ਜਾਰਜ ਬਰਨੈਟ ਸ਼ਾਹ ਦਾ ਕੀਤਾ ਹੈ ਪੰਜਾਬੀ ਚ ਅਨੁਵਾਦ, ਪੰਜਾਬੀ ਯੂਨੀਵਰਸਿਟੀ ਨੂੰ ਛਾਪਿਆ ਹੈਗਾ ਜੀ। ਉਹ ਹੈ ਦਾ ਐਪਲ ਕਾਰਟ। ਹੁਣ ਦਾ ਐਪਲ ਕਾਰਟ ਜਿਹੜਾ ਹੈਗਾ ਤਾਂ ਉਹ ਤਾਂ ਮੈਂ
ਟਾਈਟਲ ਰੱਖਿਆ ਗੱਡਾ ਡਈਏ। ਤੋ ਗੱਡਾ ਡਈਏ ਜਿਹੜਾ ਹੈਗਾ ਗਾ, ਉਹ ਆਮ ਤਾਂ ਬਹੁਤਾਂ ਨੂੰ ਨਹੀਂ ਪਤਾ ਵੀ ਗੱਡਾ ਡਈਏ ਕੀ ਹੁੰਦਾ, ਲੇਕਿਨ ਉਹ ਪਿੰਡੂ ਵੋਕੈਬਲਰੀ ਦੇ ਵਿੱਚ ਜਾਂ ਪੁਰਾਣੀ ਵੋਕੈਬਲਰੀ ਦੇ ਵਿੱਚ ਆਮ ਹੀ ਹੁੰਦਾ। ਗੱਡਾ ਚੱਲਦਾ ਹੁੰਦਾ, ਕਦੇ ਕਈ ਵਾਰੀ ਡਈਆਂ ਤੇ ਖੜ ਜਾਂਦਾ ਜਾਂ ਰੁਕ ਜਾਂਦਾ, ਉਲਟਾ ਪੁਲਟਾ ਕੰਮ ਹੋ ਜਾਣਾ, ਉਹਨੂੰ ਗੱਡਾ ਡਈਆਂ ਕਹਿੰਦੇ ਨੇਗੇ। ਤੇ ਉਹ ਮੈਂ ਉਹਦਾ ਟਾਈਟਲ ਰੱਖਿਆ ਗੱਡਾ ਡਈਏ ਜੀ। ਉਹ ਜਿਹੜੇ ਕੁਛ ਜਾਣੀ ਪਾਤਰ ਹੈਗੇ ਨੇ ਉਹਦੇ, ਜੇ ਮੈਂ ਬਹੁਤੀ ਡਿਟੇਲ 'ਚ ਨਹੀਂ ਜਾਂਦਾ, ਕਿ ਵੀ ਉਹ ਸੋਚਦੇ ਨੇ ਕਿ ਅਸੀਂ ਕਿੰਗ ਦਾ ਗੱਡਾ ਡਈਏ ਕਰਾਂਗੇ, ਪ੍ਰਧਾਨ ਮੰਤਰੀ ਉਹਨਾਂ ਦੀ ਟਸਲ ਇੱਕ ਤਰ੍ਹਾਂ ਦੀ ਹੈਗੀ ਆ, ਲੇਕਿਨ ਉਹ ਕੁਛ ਇਹੋ ਜਿਹਾ ਕਰਦੇ ਨੇ ਕਿ ਵੀ ਉਹਨਾਂ ਦੇ ਗੱਡਾ ਡਈਆਂ ਕਰ ਦਿੰਦੇ ਨੇਗੇ। ਸੋ ਇਸ ਢੰਗ ਨਾਲ ਜਾਣੀ ਪੰਜਾਬੀ ਰੂਪ ਦੇ ਵਿੱਚ ਜੀ, ਮੇਰਾ ਭਾਵ ਸਿਰਫ ਇਹ ਪੰਜਾਬੀ ਰੂਪ ਦੇ ਵਿੱਚ ਉਹਨੂੰ ਉਸ ਤਰ੍ਹਾਂ ਦਾ ਕੀਤਾ, ਪੰਜਾਬੀਜ਼ ਕੀਤਾ। ਬਿਲਕੁਲ। ਜਦੋਂ ਉਹਨਾਂ ਸਟੂਡੈਂਟਸ ਨੂੰ ਤੁਸੀਂ ਪੜ੍ਹਾਇਆ ਕਰਦੇ ਸੀ ਜਿਹੜੇ ਤੁਹਾਡੇ ਕੋਲ ਪੜ੍ਹ ਕੇ ਵਧੀਆ ਵਧੀਆ ਅਹੁਦਿਆਂ ਤੇ ਵੀ ਅੱਜ ਕੱਲ੍ਹ ਹੈਗੇ, ਬਹੁਤ ਅਹੁਦਿਆਂ ਤੇ ਜੀ, ਤੇ ਉਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਸੀ? ਕੁਝ ਕਲਾਸਰੂਮ ਨਾਲ ਸੰਬੰਧਿਤ ਕੋਈ ਕਿੱਸਾ ਯਾਦ ਹੈ? ਵੰਡਰਫੁਲ ਰਿਸਪੌਂਸ ਸੀਗਾ। ਕਲਾਸਰੂਮ ਦੇ ਵਿੱਚ ਇਹ ਸੀ, ਮੈਂ ਕਦੇ ਲੇਟ ਨਹੀਂ ਗਿਆ, ਨਾ ਕਾਲਜ ਨਾ ਕਦੇ ਪੀਰੀਅਡ ਦੇ ਵਿੱਚ, ਕਦੇ ਪਹਿਲਾਂ ਨਹੀਂ ਛੱਡਿਆ, ਤੇ ਪੂਰਾ ਪੜ੍ਹੂ ਕੇ ਤੇ ਮੈਂ ਫਿਰ ਇਹ ਹੁੰਦਾ ਕਿ ਇੱਕ ਰੂੰਗਾ ਦੇ ਕੇ ਆਉਂਦਾ ਨਾਲ, ਕੋਈ ਨਾ ਕੋਈ ਸ਼ਬਦ ਲਿਖ ਦੇਣਾ ਵੀ ਆਹ ਰੂੰਗਾ ਤੁਹਾਡਾ ਜਾਂਦੇ ਜਾਂਦੇ ਕੱਲ ਨੂੰ ਇਸ ਸ਼ਬਦ ਨੂੰ ਤੁਸੀਂ ਸਪੈਸ਼ਲ ਤੌਰ ਤੇ ਯਾਦ ਕਰਕੇ ਲਿਆਉਣਾ। ਬਿਊਟੀਫੁਲ ਜੀ। ਕਈ ਵਾਰੀ ਥਾਟ ਫਾਰ ਟੂਡੇ ਜਿਵੇਂ ਅਖਬਾਰਾਂ 'ਚ ਆਉਂਦਾ, ਉਹ ਵੀ ਲਿਖਣ ਲੱਗ ਗਿਆ ਵੀ ਉਹ ਲਿਖ ਦਿਓ। ਤਾਂ ਇਸ ਤਰ੍ਹਾਂ ਜਾਣੀ ਬਹੁਤ ਆਨੰਦ ਆਉਂਦਾ ਸੀ, ਮੋਸਟਲੀ ਤੁਰ ਫਿਰ ਕੇ ਪੜ੍ਹਾਉਂਦਾ। ਤੇ ਮੇਰੀ ਕਲਾਸ ਦੇ ਵਿੱਚ ਵਿਦਿਆਰਥੀ ਜਿਹੜੇ ਸੀਗੇ ਉਹ ਕਾਫੀ ਗਿਣਤੀ ਉਹਨਾਂ ਦੀ ਹੁੰਦੀ ਸੀ ਜੀ। ਕਿਸੇ ਵੀ ਪੀਰੀਅਡ ਦੇ ਵਿੱਚ ਹੁੰਦਾ ਤਾਂ ਪੂਰੇ ਵਿਦਿਆਰਥੀ ਲਗਭਗ ਹੁੰਦੇ ਸੀਗੇ, ਜਿੰਨੇ ਵੱਧ ਤੋਂ ਵੱਧ ਕਾਲਜ 'ਚ ਆਏ ਹੁੰਦੇ, ਜਾਣੀ ਮਿਸ ਨਹੀਂ ਕਰਦੇ ਸੀਗੇ। ਇੱਕ ਅਧਿਆਪਕ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਇੱਕ ਬੜਾ ਪਿਆਰਾ ਕੋਟ ਮੇਰੇ ਨਾਲ ਸਾਂਝਾ ਕੀਤਾ। ਉਹ ਕਹਿੰਦੇ ਅਧਿਆਪਕ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਹੁੰਦੀ। ਅਧਿਆਪਕ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਹੁੰਦੀ, ਬਲਕਿ ਪੜ੍ਹਨ ਦੀ ਚੇਟਕ ਲਗਾਉਣਾ ਹੁੰਦੀ ਹੈ। ਸੋ ਇਸੇ ਕਰਕੇ ਤੁਹਾਨੂੰ ਸਟੂਡੈਂਟਸ ਜਿਹੜੇ ਨੇ ਉਹ ਮੈਨੂੰ ਲੱਗਦਾ ਵੀ ਖਿੱਚ ਕੇ ਨਹੀਂ ਸੀ ਲਿਆਉਣੇ ਪੈਂਦੇ। ਹਾਲਾਂਕਿ ਕਾਲਜ ਲਾਈਫ ਦੇ ਵਿੱਚ ਤੁਸੀਂ ਫ੍ਰੀ ਹੁੰਦੇ ਹੋ, ਲੈਕਚਰ ਲਾਉਣਾ ਜਾਂ ਨਾ ਲਾਉਣਾ ਤੁਹਾਡਾ ਆਪਣਾ, ਕੋਈ ਦਿੱਕਤ ਨਹੀਂ। ਮਾਨਸਾ ਦੇ ਵਿੱਚ ਦੇਖੋ ਸਾਡਾ ਕਾਲਜ ਵੀ ਬਾਹਰ ਸੀਗਾ ਜੀ, ਔਰ ਬਿਜਲੀ ਵੀ ਉੱਥੇ ਘੱਟ ਹੀ ਆਉਂਦੀ ਸੀ ਗਰਮੀ ਦੇ ਵਿੱਚ। ਜੇ ਅਸੀਂ ਦੇਖੀਏ, ਮੈਂ ਹਮੇਸ਼ਾ ਦਰਵਾਜ਼ਾ ਬੰਦ ਕਰਕੇ ਪੜ੍ਹਾਉਂਦਾ ਹੁੰਦਾ ਸੀਗਾ ਵੀ ਕੋਈ ਬਾਹਰੋਂ ਡਿਸਟਰਬੈਂਸ ਕਿਸੇ ਤਰ੍ਹਾਂ ਦੀ ਨਾ ਹੋ ਜੀ। ਔਰ ਮੇਰਾ ਇਹ ਸੀਗਾ ਕਿ ਕੋਈ ਵੀ ਵਿਦਿਆਰਥੀ ਜਾਂ ਮੈਂ ਕਿ ਇੱਦਾਂ ਕਾਪੀ ਨਾਲ ਜਾਂ ਗੱਤੇ ਨਾਲ ਜਾਂ ਕਿਤਾਬ ਨਾਲ ਝੱਲ ਮਾਰ ਲੇ, ਇਹ ਕਦੇ ਨਹੀਂ ਹੋਊਗਾ। ਨਾ ਮੇਰੇ ਵੀ ਪਸੀਨਾ ਸ਼ੁਰੂ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ, ਆਇੰਦਾ ਵਿਦਿਆਰਥੀਆਂ ਦਾ ਵੀ ਆਇਆ ਹੁੰਦਾ ਸੀ। ਔਰ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਸੀ, ਵਿਦਿਆਰਥੀਓ ਜਿਹੜਾ ਇਹ ਤੁਹਾਡਾ ਪਸੀਨਾ ਹੈ ਇਹ ਸਿਆਹੀ ਹੈ, ਸਿਆਹੀ, ਔਰ ਆਪਣੀ ਮਿਹਨਤ ਦੀ ਕਲਮ ਬਣਾ ਕੇ ਤੁਸੀਂ ਆਪਣੀ ਤਕਦੀਰ ਲਿਖਣੀ ਹੈ ਇਸ ਕੀ ਬਾਤ ਹੈ ਸਿਆਹੀ ਨਾਲ ਜੀ। ਮਿਹਨਤ ਕਰੋਗੇ ਅਵਸ਼ ਕਾਮਯਾਬ ਹੋਗੇ। ਔਰ ਮੈਨੂੰ ਇਹ ਤਸੱਲੀ ਆ ਕਿ ਮੇਰੇ ਵਿਦਿਆਰਥੀ ਬਹੁਤ ਕਾਮਯਾਬ ਹੋਏ ਨੇ ਔਰ ਬਹੁਤ ਉੱਚੀਆਂ ਪੋਜੀਸ਼ਨਾਂ ਤੇ ਪਹੁੰਚੇ ਹੋਏ ਨੇਗੇ। ਅੱਜ ਦੇ ਜ਼ਮਾਨੇ ਦੇ ਵਿੱਚ ਗੁਰੂ ਸ਼ਿਸ਼ ਦੀ ਪਰੰਪਰਾ ਕਿਤੇ ਰਹਿ ਨਹੀਂ ਗਈ ਹੈ, ਸਿਨੈਰੀਓ ਚੇਂਜ ਹੋ ਗਿਆ, ਐਜੂਕੇਸ਼ਨ ਨਾ ਹੋ ਕੇ ਇੱਕ ਬਿਜ਼ਨਸ ਰਹਿ ਗਿਆ। ਤਾਂ ਜਿੱਥੇ ਸਟੂਡੈਂਟਸ ਦਾ ਪੜ੍ਹਾਈ ਦੇ ਵੱਲ ਰੁਝਾਨ ਘਟਿਆ ਹੈ, ਉੱਥੇ ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਟੀਚਰਸ ਦੀ ਵੀ ਕਮੀ ਹੈ, ਜਾਂ ਅਥਾਰਟੀਜ਼ ਜਿਹੜੀਆਂ ਅਪਾਇੰਟ ਕਰਦੀਆਂ ਨੇ ਟੀਚਰਸ ਨੂੰ ਉਹਨਾਂ ਦੀ ਵੀ ਕਮੀ ਹੈ? ਹਾਂ ਦੇਖੋ, ਬਿਲਕੁਲ ਇਹ ਤਾਂ ਠੀਕ ਹੈ ਜੀ, ਕਮੀ ਤਾਂ ਹੁੰਦੀ ਹੈਗੀ ਜੀ। ਕਈ ਵਾਰ ਹੁਣ ਸਕੂਲ ਦੇ ਵਿੱਚ ਦੇਖਦੇ ਆ, ਕਾਲਜਾਂ ਦੇ ਵਿੱਚ ਵੀ ਦੇਖਦੇ ਆ ਕਿ ਅਧਿਆਪਕ ਜਿਹੜੇ ਡਿਸਸੈਟਿਸਫਾਈਡ ਅਗਰ ਹੈਗੇ ਨੇ, ਅਗਰ ਉਹਨਾਂ ਨੂੰ ਮਤਲਬ ਪਰਮਾਨੈਂਟਲੀ ਰੱਖਿਆ ਹੀ ਨਹੀਂ ਜਾਂਦਾ, 8-8 10-10 ਸਾਲ 15-15 ਸਾਲ ਟੈਂਪਰੇਰੀ ਫਿਰਦੇ ਰਹਿੰਦੇ ਨੇਗੇ, ਔਰ ਉਹਨਾਂ ਨੂੰ ਬੜੀਆਂ ਥੋੜ੍ਹੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇਗੀਆਂ, ਤੇ ਉਹ ਅਲਟੀਮੇਟਲੀ ਅੰਦਰੋਂ ਡਿਸਸੈਟਿਸਫਾਈਡ ਨੇ। ਟੀਚਰ ਮਸਟ ਬੀ ਸੈਟਿਸਫਾਈਡ, ਔਰ ਫਿਰ ਹੀ ਉਹ ਵਧੀਆ ਜਿਹੜਾ ਹੈ ਪੜ੍ਹਾ ਸਕਦਾ ਹੈਗਾ ਜੀ। ਇਹ ਵੀ ਹੈ, ਬਾਕੀ ਕਮਿਟਮੈਂਟ ਟੀਚਰ ਦੇ ਵਿੱਚ ਵੀ ਹੋਵੇ, ਅਦਰਵਾਈਜ਼ ਵੀ ਆਪਾਂ ਕਹਿੰਦੇ ਕਮਿਟਮੈਂਟ ਵੀ ਹੋਣੀ ਚਾਹੀਦੀ ਹੈ, ਲੇਕਿਨ ਥੋੜ੍ਹਾ ਜਿਹਾ ਇੱਦਾਂ ਵੀ ਹੋਵੇ ਕਿ ਉਹਦੇ ਬੱਚੇ ਵੀ ਉਹਨੇ ਪਾਲਣੇ ਹੈਗੇ ਨੇ, ਪਰਿਵਾਰ ਵੀ ਚਲਾਉਣਾ ਹੈ, ਤਾਂ ਉਹਨੂੰ ਸਹੂਲਤਾਂ ਜਿਹੜੀਆਂ ਹੈਗੀਆਂ ਉਹੀ ਜਿਹੀਆਂ ਵੀ ਮਿਲਣੀਆਂ ਚਾਹੀਦੀਆਂ ਨੇ। ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਟੀਚਰਸ ਦੀ, ਜੋ ਅੱਜ ਕੱਲ੍ਹ ਵੱਡੇ ਪੈਮਾਨੇ ਤੇ ਹੋ ਰਹੀ ਹੈ। ਹਾਂ, ਉਹ ਵੱਡੇ ਪੈਮਾਨੇ ਤੇ ਹੋ ਰਹੀ ਹੈਗੀ, ਇਹ ਨਹੀਂ ਹੋਣੀ ਚਾਹੀਦੀ ਜੀ। ਇੱਕ ਹੋਰ ਬੜਾ ਵੱਡਾ ਸਵਾਲ ਮੇਰੇ ਮਨ ਦੇ ਵਿੱਚ ਕਿ ਜਦੋਂ ਤੁਸੀਂ ਇਹਨਾਂ ਕਿਤਾਬਾਂ ਨੂੰ ਲਿਖਿਆ ਕਰਦੇ ਸੀ ਜਾਂ ਅਨੁਵਾਦ ਕਰਿਆ ਕਰਦੇ ਸੀ, ਕੀ ਤੁਸੀਂ ਖੁਦ ਚੂਜ਼ ਕਰਦੇ ਸੀ ਜਾਂ ਸਿਰਫ ਟਾਸਕ ਹੁੰਦਾ ਸੀ, ਉਹ ਟਾਸਕ ਨੂੰ ਟਾਸਕ ਦੀ ਤਰ੍ਹਾਂ ਲੈ ਕੇ ਤੁਸੀਂ ਪਰਫਾਰਮ ਕੀਤਾ? ਦੋਨੋਂ ਤਰ੍ਹਾਂ ਦਾ ਗਾ। ਜਿਹੜੀਆਂ ਲਿਟਰੇਚਰ ਦੀਆਂ ਨੇ ਉਹ ਮੈਂ ਖੁਦ ਚੂਜ਼ ਕੀਤੀਆਂ ਨੇ ਮੋਸਟਲੀ, ਲੇਕਿਨ ਕੁਝ ਇਹੋ ਜਿਹੀਆਂ ਬੁੱਕਸ ਵੀ ਸੀਗੀਆਂ ਕਿ ਜਿਹੜੀਆਂ ਮੇਰਾ ਪਬਲਿਸ਼ਰ ਚਾਹੁੰਦਾ ਸੀ ਕਿ ਜੇ ਆਹ ਕਰਕੇ ਦਿਓ ਜੀ, ਤਾਂ ਉਹ ਫਿਰ ਮੈਂ ਉਹਨਾਂ ਦੇ ਮੁਤਾਬਕ ਵੀ ਕੀਤੀਆਂ। ਖੁਸ਼ਵੰਤ ਸਿੰਘ ਦੀਆਂ 2 ਕਿਤਾਬਾਂ ਕੀਤੀਆਂ। ਇਸ ਤਰ੍ਹਾਂ ਗੁਰਚਰਨ ਦਾਸ ਦੀ ਕਿਤਾਬ ਸੀ ਕਿ ਇੰਡੀਆ ਅਨਬਾਊਂਡ,
ਜੀ। ਬੜੀ ਚੱਲੀ ਉਹ ਕਿਤਾਬ, ਤਾਂ ਉਹ ਉਹਨਾਂ ਨੇ ਕਿਹਾ ਸੀ ਵੀ ਇਹ ਕਿਤਾਬ ਕਰਨੀ ਹੈਗੀ ਜੀ, ਇਹ ਤਾਂ ਮੈਂ ਕਿਹਾ ਜ਼ਰੂਰ ਕਰਾਂਗੇ। ਜੀ, ਵਧੀਆ ਖੁਸ਼ਵੰਤ ਸਿੰਘ ਕਿਤਾਬਾਂ। ਦਾ ਤੁਸੀਂ ਨਾਮ ਲਿਆ, ਖੁਸ਼ਵੰਤ ਸਿੰਘ ਦੀਆਂ ਕਿਹੜੀਆਂ ਕਿਤਾਬਾਂ ਦਾ ਅਨੁਵਾਦ ਕੀਤਾ ਔਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਖੁਸ਼ਵੰਤ ਸਿੰਘ ਦੀ ਇੱਕ ਸੀ ਮੈਨ ਐਂਡ ਵਿਮਨ ਇਨ ਮਾਈ ਲਾਈਫ, ਜੀ ਮੇਰੇ ਜੀਵਨ ਵਿੱਚ ਆਏ ਮਰਦ ਤੇ ਆਈਆਂ ਔਰਤਾਂ, ਜੀ ਇਹ ਸੀ। ਇੱਕ ਜਿਹੜੀ ਕੀਤੀ ਸੀ ਉਹ ਸੀਗੀ ਸੈਕਸ, ਸਕੌਚ ਐਂਡ ਸਕਾਲਰਸ਼ਿਪ, ਕੀ ਬਾਤ ਇਹ ਜੀ। 2 ਕਿਤਾਬਾਂ ਕੀਤੀਆਂ ਸੀਗੀਆਂ। ਜੀ ਹਾਂਜੀ। ਇੱਕ ਹੋਰ ਬੜਾ ਵੱਡਾ ਸਵਾਲ ਇਹ ਹੈ ਕਿ ਅੱਜ ਦੀ ਸਾਡੀ ਜਨਰੇਸ਼ਨ ਜੋ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਲਾਇਬ੍ਰੇਰੀਜ਼ ਜਿਹੜੀਆਂ ਨੇ ਉਹ ਖਾਲੀ ਔਰ ਕੈਂਟੀਨਸ ਭਰੀਆਂ ਰਹਿੰਦੀਆਂ ਨੇ। ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਚੇਟਕ ਨਾ ਮਾਤਰ ਹੈ, ਕਿਉਂਕਿ ਉਹਨਾਂ ਤਮਾਮ ਚੀਜ਼ਾਂ ਦੀ ਥਾਂ ਲੈ ਲਈ ਹੈ ਕੰਪਿਊਟਰ ਨੇ ਜਾਂ ਮੋਬਾਈਲ ਫੋਨਸ ਨੇ। ਕਰੋਨਾ ਕਾਲ ਦੌਰਾਨ ਜਿਹੜੇ ਬੱਚਿਆਂ ਦਾ ਫਿਊਚਰ ਖਰਾਬ ਹੋਇਆ ਹੈ, ਕੀ ਤੁਹਾਨੂੰ ਨਹੀਂ ਲੱਗਦਾ ਅਸੀਂ 10 ਸਾਲ ਲੈ ਲਵਾਂਗੇ ਕਰੀਬਨ ਇਸ ਵੱਡੇ ਸਦਮੇ ਤੋਂ ਉਭਰਨ ਵਾਸਤੇ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਇਹ ਪ੍ਰੋਬਲਮ ਜ਼ਰੂਰ ਆਈ ਹੈਗੀ ਆ। ਔਰ ਜਦੋਂ ਇਹ ਮੀਡੀਆ ਵਾਲੀ ਗੱਲ ਸ਼ੁਰੂ ਹੋਈ ਆ, ਮੋਬਾਈਲਸ ਵਾਲੀ ਗੱਲ ਸ਼ੁਰੂ ਹੋਈ ਆ, ਤਾਂ ਇਹਦੇ ਨਾਲ ਜੋ ਬੁੱਕ ਰੀਡਿੰਗ ਜਾਂ ਬੁੱਕ ਕਲਚਰ ਆਪਾਂ ਕਹਿ ਲਈਏ ਤਾਂ ਉਹ ਜ਼ਰੂਰ ਘਟਿਆ ਹੈਗਾ ਜੀ। ਪਹਿਲਾਂ ਬਹੁਤ ਜ਼ਿਆਦਾ ਸੀ, ਤਾਂ ਲੇਕਿਨ ਹੁਣ ਬਹੁਤ ਘਟਿਆ ਹੋਇਆ। ਔਰ ਰੁਝਾਨ ਜਿਹੜਾ ਹੈਗਾ ਉਹ ਮੋਬਾਈਲਸ ਵੱਲ ਜਾਂ ਪਹਿਲਾਂ ਟੈਲੀਵਿਜ਼ਨ ਵੱਲ ਇਹ ਸੀਗਾ, ਤਾਂ ਇਹ ਅਸਰ ਜ਼ਰੂਰ ਪਿਆ। ਲੇਕਿਨ ਉਹ ਗੱਲ ਬਣਦੀ ਨਹੀਂ, ਜਿਹੜੀ ਕਿਤਾਬ ਪੜ੍ਹਦੇ ਆ ਨਾ, ਤੇ ਉਹ ਹੋਰ ਢੰਗ ਨਾਲ ਬਣ ਹੀ ਨਹੀਂ ਸਕਦੀ, ਕੁਝ ਵੀ ਕਹਿ ਲਈਏ ਜੀ। ਜੋ ਹਾਰਡ ਕਾਪੀ ਪੜ੍ਹਨ ਦਾ ਮਜ਼ਾ ਹੈ ਉਹ ਤੁਸੀਂ ਡਿਜੀਟਲ, ਬਿਲਕੁਲ ਜੀ ਉਹਨੂੰ ਕਿਸੇ ਵੀ ਰੂਪ ਦੇ ਵਿੱਚ ਅਸੀਂ ਪੜ੍ਹਦੇ ਆ, ਬੈਠੇ ਆ, ਰਿਲੈਕਸ ਹੋ ਗਏ, ਸੱਜੇ ਆ, ਖੱਬੇ ਆ, ਕਿਤੇ ਪੜ੍ਹ ਲਈਏ। ਲੇਕਿਨ ਉਹ ਜਿਹੜਾ ਮੋਬਾਈਲ ਤੇ ਇਦਾਂ ਪੜ੍ਹਨਾ ਕੋਈ ਬਹੁਤ ਵਧੀਆ ਨਹੀਂ ਮੈਨੂੰ ਲੱਗਦਾ। ਜੀ, ਬਹੁਤ ਕਮਾਲ ਦੀ ਗੱਲਬਾਤ ਚੱਲ ਵੀ ਰਹੀ ਹੈ ਤੇ ਯਕੀਨਨ ਤੁਸੀਂ ਸਾਰੇ ਵੀ ਇਸ ਦਾ ਲੁਤਫ ਮਾਣ ਰਹੇ ਹੋਵੋਗੇ। ਸਮਾਂ ਬਹੁਤ ਘੱਟ ਰਹਿ ਗਿਆ ਸਾਡੇ ਕੋਲ। ਜਾਂਦੇ ਜਾਂਦੇ ਇੱਕ ਨਿੱਕਾ ਜਿਹਾ ਹੋਰ ਸਵਾਲ ਇਹ ਹੈ ਕਿ ਜਦੋਂ ਗਜ਼ਲਾਂ ਦੀ, ਕਵਿਤਾਵਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸਾਹਿਤ ਦੇ ਵਿੱਚੋਂ ਕਿਹਨਾਂ ਚੀਜ਼ਾਂ ਤੋਂ ਮੁਤਾਸਿਰ ਰਹੇ, ਔਰ ਜਦੋਂ ਇੰਗਲਿਸ਼ ਪੋਇਟਰੀ ਦੀ ਗੱਲ ਹੈ, ਜਿਵੇਂ ਤੁਸੀਂ ਕਿਹਾ ਕਿ ਹਰ ਰੋਜ਼ ਜਾਂ 2 ਦਿਨ ਛੱਡ ਕੇ ਅਸੀਂ ਪੋਸਟ ਕਰਦੇ ਹਾਂ ਇੱਕ ਅੰਗਰੇਜ਼ੀ ਕਵਿਤਾ, ਤਾਂ ਦੋਨਾਂ ਚੀਜ਼ਾਂ ਬਾਰੇ ਦੱਸੋ। ਦੇਖੋ, ਮੈਂ ਕਿਉਂਕਿ ਮੋਸਟਲੀ ਤਾਂ ਇੰਗਲਿਸ਼ ਪੋਇਟਰੀ ਪੜ੍ਹੀ ਤੇ ਪੜ੍ਹਾਈ ਹੈਗੀ ਆ, ਪਰ ਨਾਲ ਪੰਜਾਬੀ ਪੋਇਟਰੀ ਵੀ ਪੂਰੀ ਪੜ੍ਹੀ ਹੈਗੀ ਆ। ਅਮਰਤਾ ਪ੍ਰੀਤਮ ਜੀ ਨੂੰ, ਮੋਹਨ ਸਿੰਘ ਜੀ ਨੂੰ, ਧਨੀ ਰਾਮ ਚਾਤਰਿਕ ਜੀ ਹੈਗੇ ਨੇਗੇ, ਤਾਂ ਇਹ ਤਾਂ ਖਾਸ ਤੌਰ ਤੇ ਫੇਵਰੇਟ ਹੁੰਦੇ ਸੀਗੇ। ਲੇਕਿਨ ਇਹਦੇ ਨਾਲ ਜਿੰਨੇ ਵੀ ਸ਼ਿਵ ਕੁਮਾਰ ਬਟਾਲਵੀ ਬਹੁਤ ਵਾਰੀ ਸੁਣਿਆ ਵੀ ਆ, ਲਾਈਵ ਆਉਂਦੇ ਹੁੰਦੇ ਸੀਗੇ, ਕਾਲਜ 'ਚ ਅਸੀਂ ਬੁਲਾਉਂਦੇ ਰਹੇ ਉਹਨਾਂ ਨੂੰ, ਔਰ ਇਸ ਤਰ੍ਹਾਂ ਉਹਨਾਂ ਨੂੰ ਪੜ੍ਹਿਆ ਵੀ ਆ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਬਹੁਤ ਕੁਝ ਹੈ ਔਰ ਬਹੁਤ ਵਧੀਆ ਰਚਨਾਵਾਂ ਸਾਡੀਆਂ ਹੈਗੀਆਂ ਨੇਗੀਆਂ। ਲੇਕਿਨ ਇੱਕ ਤਰ੍ਹਾਂ ਦੀ ਉਹ ਕੰਪੈਰੀਜ਼ਨ ਇਹ ਹੋ ਜਾਂਦੀ ਹੈ ਕਿ ਵੀ ਇੰਗਲਿਸ਼ ਦੇ ਵਿੱਚ ਇਹ ਹੈ ਤੇ ਅਸੀਂ ਕਹਿੰਦੇ ਵੀ ਆ ਵੀ ਪੜ੍ਹ ਕੇ ਦੇਖ ਲਓ ਤੁਸੀਂ ਜੀ। ਜੇ ਪਿਆਰ ਦੀ ਗੱਲ ਕਰਦੇ ਹੈਗੇ ਆ ਤਾਂ ਸ਼ੇਕਸਪੀਅਰ ਨੇ ਸੋਨਟ ਲਿਖਤਾ ਲਵ ਜੀ ਜਾਂ ਟਰੂ ਲਵ ਜੀ ਹੈ ਜੀ, ਤੇ ਇੰਗਲਿਸ਼ ਦੇ ਵਿੱਚ ਪਿਆਰ ਦੀਆਂ ਬਥੇਰੀਆਂ ਗੱਲਾਂ ਨੇ, ਬਦਲ ਬਾਰੇ ਹੈਗੀਆਂ ਨੇ, ਬੱਚਿਆਂ ਬਾਰੇ, ਹਰ ਇੱਕ ਚੀਜ਼ ਬਾਰੇ ਜਾਣੇ ਹੈਗੇ ਨੇ। ਇਹ ਕੋਈ ਸਕੇਅਰਸਿਟੀ ਨਹੀਂ ਹੈਗੀ ਕਿਸੇ ਵੀ ਲੈਂਗੁਏਜ ਦੇ ਵਿੱਚ, ਸਿਰਫ ਪੜ੍ਹਨ ਦੀ ਰੁਚੀ ਚਾਹੀਦੀ ਹੈਗੀ। ਅਦਰਵਾਈਜ਼ ਬਹੁਤ ਵਧੀਆ ਹੈ ਜੀ। ਪੜ੍ਹਨ ਲਿਖਣ ਦੇ ਨਾਲ ਨਾਲ ਸੰਗੀਤ ਦਾ ਵੀ ਸ਼ੌਂਕ ਰੱਖਦੇ ਹੋ? ਨਹੀਂ, ਸੰਗੀਤ ਦਾ ਤਾਂ ਸਿਰਫ ਸੁਣਨ ਦਾ ਹੀ ਹੈ, ਅਦਰਵਾਈਜ਼ ਕੋਈ ਨਹੀਂ ਜੀ। ਔਰ ਜਾਂਦੇ ਜਾਂਦੇ ਦਰਸ਼ਕਾਂ ਦੇ ਨਾਲ ਤੁਸੀਂ ਕੋਈ ਖਾਸ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ? ਮੇਰਾ ਬਿਲਕੁਲ ਇਹੀ ਸੁਨੇਹਾ ਹੈ ਜੀ ਕਿ ਵੀ ਪੜ੍ਹੋ ਵੱਧ ਤੋਂ ਵੱਧ। 1 ਨੰਬਰ 2 ਮਿਹਨਤ ਕਰੋ, ਮਿਹਨਤ ਕਦੀ ਵੀ ਅਜਾਈ ਨਹੀਂ ਜਾਂਦੀ। ਵਿਦਿਆਰਥੀਆਂ ਨੂੰ ਇਹ ਸੁਨੇਹਾ ਹੈ ਕਿ ਵੀ ਮਿਹਨਤ ਕਰੋ। ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਵੀ ਆਲਸ ਤਿਆਗੋ ਤੇ ਮਿਹਨਤ ਕਰੋ। ਔਰ ਅੱਗੇ ਕਹਿੰਦੇ ਹੁੰਦੇ ਸੀਗੇ ਵਰਕ ਹਾਰਡ, ਹੁਣ ਥੋੜ੍ਹਾ ਜਿਹਾ ਅਸੀਂ ਇਹ ਬਦਲ ਕੇ ਇਹ ਕਹਿੰਦੇ ਕਿ ਵਰਕ ਹਾਰਡ ਐਂਡ ਵਰਕ ਸਮਾਰਟ। ਬਿਊਟੀਫੁਲ ਜੀ। ਸਹੀ ਦਿਸ਼ਾ ਦੇ ਵਿੱਚ ਅਗਰ ਕੰਮ ਕਰਦੇ ਰਹੋਗੇ ਤੇ ਤੁਹਾਨੂੰ ਉਸ ਦਾ ਫਲ ਜਿਹੜਾ ਹੈ ਅਵਸ਼ ਮਿਲੂ। ਕਿਤਾਬਾਂ ਦਾ ਕੋਈ ਬਦਲ ਨਹੀਂ, ਵਧੀਆ ਟੀਚਰ, ਵਧੀਆ ਕਿਤਾਬਾਂ, ਵਧੀਆ ਕੰਪਨੀ ਤੁਹਾਨੂੰ ਮਿਲਦੀ ਹੈਗੀ ਆ ਤੇ ਉਸ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਅਵਸ਼ ਰਾਈਜ਼ ਕਰੋਗੇ ਜੀ, ਕੋਈ ਸ਼ੱਕ ਨਹੀਂ ਗਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਇੰਨੀ ਰੋਚਕ ਗੱਲਬਾਤ ਸਾਡੇ ਨਾਲ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ। ਮਾਈ ਬੈਸਟ ਵਿਸ਼ੇਜ਼। थैंक यू सो मच। वो गुलसितां पे हों या मैयत पे, फूलों की तो आदत है सदा मुस्कुराने की। प्यारे दर्शकों, फुੱਲ ही इकल्ले खुशबूदार नहीं ਹੁੰਦੇ ਜਾਂ ਅਤਰ ਹੀ खुशबूदार नहीं ਹੁੰਦੇ। किरदार ਦੀ खूबसूरती
ਤੇ ਖੁਸ਼ਬੂ ਵੀ ਤੁਸੀਂ ਅੱਜ ਦੀ ਇਸ ਗੱਲਬਾਤ ਤੋਂ ਜ਼ਰੂਰ ਮਾਣੀ ਹੋਏਗੀ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ। ਮੈਨੂੰ ਯਾਨੀ ਗੁਰਨੀਤ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਅਨਮਿਊਟ ਵੰਡਰਸ ਇੱਥੇ ਹੀ ਖਤਮ ਕਰਨ ਦੀ। ਅਗਲੀ ਮਰਤਬਾ ਫਿਰ ਤੋਂ ਕਿਸੇ ਹੋਰ ਖੁਸ਼ਬੂਦਾਰ ਕਿਰਦਾਰ ਦੇ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ। ਦੇਖਦੇ ਰਹੋ ਦਾ ਅਨਮਿਊਟ।